ਜੰਮੂ ਨਾਲ ਹਮੇਸ਼ਾ ਮਤਰੀ ਮਾਂ ਦਾ ਸਲੂਕ ਕੀਤਾ ਜਾ ਰਿਹਾ। ਜੰਮੂ ਵਿੱਚ ਵਸਦੇ ਸਿੱਖਾਂ ਨਾਲ ਪਬਲਿਕ ਸਰਵਿਸ ਕਮਿਸ਼ਨ ਵਿੱਚ ਹਮੇਸ਼ਾ ਇੱਕ ਸਿੱਖ ਨੁਮਾਇੰਦਾ ਸਾਡਾ ਰਹਿੰਦਾ ਸੀ, ਉਹਦੇ ਚੋਂ ਵੀ ਹਟਾ ਕੇ ਇਹਨਾਂ ਨੇ ਪਰੇ ਕਰਤਾ। ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਿਨ੍ਹਾਂ ਸਰਕਾਰਾਂ ਨੂੰ ਸਾਡੇ ਲੋਕਾਂ ਨੇ ਜਿਤਾ ਕੇ ਅੱਗੇ ਭੇਜਿਆ, ਅੱਜ ਉਹਨਾਂ ਨੇ ਹੀ ਸਾਡੀ ਪਿੱਠਾਂ ਤੇ ਵਾਪਸ ਖੰਜਰ ਮਾਰਨੇ ਸ਼ੁਰੂ ਕਰਤੇ। ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਖਿਆ ਕਿ ਜਿਸ ਦੀ ਪੂਰੀ ਦੁਨੀਆ ਵਿੱਚ ਖਿਲਾਫਤ ਹੋ ਰਹੀ ਹੈ। ਇਹ ਵਿਚਾਰਾ ਗਰੀਬ ਕਿਸਾਨ ਜਿਹੜਾ ਹੈ, ਅੰਨਦਾਤਾ ਹੈ, ਇਹ ਭੋਲਾ ਭਾਲਾ ਕਿਸਾਨ ਹੈ। ਹਿੰਦੁਸਤਾਨ ਦੇ ਕਿਸਾਨ ਦਾ ਜਿਹੜਾ ਤਬਕਾ ਹੈ, ਇਸ ਭਾਰਤ ਦੇਸ਼ ਦੇ ਹਾਕਮਾਂ ਨੇ ਹਮੇਸ਼ਾ ਇਹਨੂੰ ਦਬਾ ਕੇ ਰੱਖਿਆ ਹਮੇਸ਼ਾ। ਤੇ ਜਿਹੜੀ ਚੀਜ਼ ਦੱਬੀ ਦੀ ਹੋਏ ਜਦੋਂ ਉਹ ਫਿਰ ਬਾਹਰ ਨਿਕਲਦੀ ਹੈ ਤੇ ਫਿਰ ਜਵਾਲਾਮੁਖੀ ਬਣ ਕੇ ਨਿਕਲਦੀ। ਕਿਸਾਨ ਇਸ ਵਿੱਚ ਖੁਸ਼ ਨਹੀਂ ਹੈ। ਜੇ 5 ਲੱਖ 10 ਲੱਖ ਕਰੋੜ 2 ਕਰੋੜ ਕਿਸਾਨ ਅਗਰ ਖੁਸ਼ ਨਹੀਂ ਹੈ ਤੇ ਸਰਕਾਰ ਆਪਣੇ ਜਿਹੜੀਆਂ ਇਹ ਫੈਸਲੇ ਜ਼ਬਰਦਸਤੀ ਕਿਸਾਨਾਂ ਤੇ ਥੋਪਿਆ ਕਰਦੀ ਹੈ, ਜਿਸ ਚੀਜ਼ ਨੂੰ ਕਿਸਾਨ ਲੈਣ ਵਾਸਤੇ ਖੁਸ਼ ਹੀ ਨਹੀਂ ਹੈ। ਦੇਖੋ ਕਿਸਾਨਾਂ ਨੇ ਕੀ ਕੀਤਾ, ਜੀਓ ਸਿਮ ਦਾ ਬਾਈਕਾਟ ਕੀਤਾ। ਤੁਸੀਂ ਅਮੂਮਨ ਦੇਖਿਆ ਹੋਣਾ ਮੀਡੀਆ 'ਚ, ਹੁਣ ਜੀਓ ਸਿਮ ਵਾਲੇ ਕਸਟਮਰ ਕੇਅਰ ਵਾਲੇ फ़ोन ਕਰਕੇ ਉਹਨਾਂ ਨੂੰ ਮਿੰਨਤਾਂ ਕਰਦੇ, ਤੁਸੀਂ ਜੀਓ ਨੂੰ ਕਿਉਂ पोर्ट करा रहे हो। हमारे साथ सोशल एक्टिविस्ट अजमीत सिंह जी हैं जो सिंबल से हैं। भाजी जी हाँ ਇਹਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਚੈਨਲ ਤੇ। ਭਾਜੀ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗਾ, ਇਹ ਜਿਹੜਾ ਬਿੱਲ ਪਾਸ ਹੋਇਆ ਹੈਗਾ ਇਹ ਕੀ ਹੈ ਅਸਲ ਵਿੱਚ? ਦੇਖੋ, ਇਹ ਕਿਸਾਨਾਂ ਦੇ ਜਿਹੜੀ ਹੋਂਦ ਨੂੰ ਬਰਕਰਾਰ ਰੱਖਦਾ ਸੀ ਕਿ ਕਿਸਾਨ ਜਿਹੜਾ ਆਪਣੀ ਕਿਸਾਨੀ ਆਪਣੀ ਜਿਹੜੀ ਫਸਲ ਦਾ ਮੁੱਲ ਕਿਸ ਤਰ੍ਹਾਂ ਅਦਾ ਕਰ ਸਕਦਾ ਹੈ ਜਾਂ ਕਿਸ ਤਰ੍ਹਾਂ ਤੈਅ ਕਰ ਸਕਦਾ ਹੈ। ਤੇ ਕਿਸਾਨ ਦਾ ਜਿਹੜਾ ਜਿਸ ਤਰ੍ਹਾਂ ਕਿ ਫਰਜ਼ ਕਰੋ ਕਿ 10 ਰੁਪਏ ਦੀ ਚੀਜ਼ ਤੁਸੀਂ ਕਿਸਾਨ ਵੇਚ ਰਿਹਾ, ਅਗਰ ਉਹੀ ਮਾਰਕੀਟ ਵਿੱਚ ਜਾ ਕੇ ਫਿਰ 150 ਰੁਪਏ ਕਿਲੋ ਵਾਪਸ ਕਿਸਾਨ ਨੂੰ ਮਿਲੇਗੀ, ਤੇ ਇਹਦੇ ਵਿੱਚ ਕਿਸਾਨ ਤੇ ਆਲਰੇਡੀ ਨਾਰਾਜ਼ ਹੋਏਗਾ ਹੀ ਹੋਏਗਾ। ਕਿਸਾਨ ਦੀ ਸੀ ਕਿ ਜਿਹੜੇ ਕਿਸਾਨ ਆਪਣੀ ਮੰਡੀਆਂ 'ਤੇ ਜਿਹੜੀ ਆਪਣੀ ਫਸਲ ਦੀ ਕੀਮਤ ਆਪ ਖੁਦ ਤੈਅ ਕਰੇ, ਨਾ ਕਿ ਉਹਨੂੰ ਸਰਕਾਰ ਤੈਅ ਕਰਕੇ ਦੇ। ਤੇ ਸਰਕਾਰਾਂ ਨੇ ਟੈਕਸ ਲਗਾ ਕੇ ਹੋਰ ਕੰਪਨੀਆਂ ਦੇ ਨਾਲ ਮਿਲ ਕੇ, ਜਿਵੇਂ ਕਿ ਮੈਂ ਤੁਹਾਨੂੰ ਦੱਸਦਾ, ਜੀਓ ਦਾ ਜਿੱਦਾਂ ਚੱਲਿਆ ਸੀ ਕਿ ਪਹਿਲੇ 4 ਸਾਲ 1 ਸਾਲ ਫ੍ਰੀ ਕੀਤੀ ਜੀਓ ਨੂੰ, ਤੁਸੀਂ ਨੈੱਟ ਚਲਾ ਸਕਦੇ ਹੋ ਫ੍ਰੀ, ਕਾਲਿੰਗ ਫ੍ਰੀ ਕੀ। ਜਦੋਂ ਸਾਲ ਹੀ ਇਹਨਾਂ ਦਾ ਟਾਰਗੇਟ ਪੂਰਾ ਹੋ ਗਿਆ ਜੀਓ ਸਿਮ ਦਾ, ਫਿਰ ਇਹਨਾਂ ਨੇ 400-500 ਰੁਪਏ ਪਰ ਸਿਮ ਮੰਥਲੀ ਲਗਾਉਣਾ ਸ਼ੁਰੂ ਕਰਤਾ। ਬਸ ਇਹੀ ਏਜੰਡਾ ਸੀ ਇਹਨਾਂ ਦਾ ਕਿ ਪਹਿਲੇ ਕਿਸਾਨਾਂ ਨੂੰ ਅਸੀਂ ਵਧੀਆ ਤਰੀਕੇ ਨਾਲ ਇਹਨਾਂ ਨੂੰ ਦਈਏ, ਇਹਨਾਂ ਦਾ ਮੁੱਲ ਦਈਏ। ਬਾਅਦ ਵਿੱਚ ਫਿਰ ਅਸੀਂ ਇਹਨਾਂ ਨੂੰ ਕਹਾਂਗੇ ਕਿ ਹੁਣ ਤੁਹਾਡਾ ਜਿਹੜਾ ਇਹ ਮੁੱਲ ਅਸੀਂ ਤੁਹਾਨੂੰ ਦਿੱਤਾ, ਹੁਣ ਅਸੀਂ ਇਸ ਦਾ ਜਿਹੜਾ ਚੱਕਰ ਬਣਨਾ ਕਿ ਹੁਣ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਤੁਸੀਂ ਪਹਿਲੇ ਕਾਗਜ਼ ਪੱਤਰ ਉਹਨਾਂ ਜ਼ਮੀਨਾਂ ਦੇ ਤੁਸੀਂ ਇਹਨਾਂ ਕੋਲੋਂ ਲੈ ਲੈਣੇ ਸਾਈਨ ਕਰਵਾ ਕੇ ਕਿ ਤੁਹਾਡੀਆਂ ਜ਼ਮੀਨਾਂ ਗਿਰਵੀ ਰੱਖੀਆਂ ਜਾਣਗੀਆਂ। ਬਾਅਦ ਵੀ ਤੁਸੀਂ ਕਿੱਥੇ ਦੌੜੋਗੇ ਜਦੋਂ ਇੱਕ ਅਦਾਰੇ 'ਤੇ ਇੱਕ ਵੱਡਾ ਉਹਦੇ 'ਤੇ ਬੈਠਾ ਹੋਏਗਾ, ਤੁਹਾਡੀ ਉੱਥੇ ਤੱਕ ਪੇਸ਼ ਨਹੀਂ ਚੱਲਣੀ। ਇਹ ਵਿਚਾਰਾ ਗਰੀਬ ਕਿਸਾਨ ਜਿਹੜਾ ਹੈ, ਅੰਨਦਾਤਾ ਹੈ, ਇਹ ਭੋਲਾ ਭਾਲਾ ਕਿਸਾਨ ਹੈ। ਹਿੰਦੁਸਤਾਨ ਦੇ ਕਿਸਾਨ ਦਾ ਜਿਹੜਾ ਤਬਕਾ ਹੈ, ਇਸ ਭਾਰਤ ਦੇਸ਼ ਦੇ ਹਾਕਮਾਂ ਨੇ ਹਮੇਸ਼ਾ ਇਹਨੂੰ ਦਬਾ ਕੇ ਰੱਖਿਆ ਹਮੇਸ਼ਾ। ਤੇ ਜਿਹੜੀ ਚੀਜ਼ ਦੱਬੀ ਦੀ ਹੋਏ ਜਦੋਂ ਉਹ ਫਿਰ ਬਾਹਰ ਨਿਕਲਦੀ ਹੈ ਤੇ ਫਿਰ ਜਵਾਲਾਮੁਖੀ ਬਣ ਕੇ ਨਿਕਲਦੀ ਹੈ। ਭਾਜੀ ਸਰਕਾਰ ਕਹਿੰਦੀ ਹੈ ਕਿ ਇਹ ਬਹੁਤ ਹੀ ਇਤਿਹਾਸਿਕ ਮੌਕਾ ਹੈਗਾ, ਕਿਉਂਕਿ ਹੁਣ ਵਿਚੋਲੀਆ ਕੋਈ ਨਹੀਂ ਰਹਿਣਾ ਹੈਗਾ, ਡਾਇਰੈਕਟ ਕਿਸਾਨ ਨੂੰ ਫਾਇਦਾ ਮਿਲਣਾ। ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਸਰਕਾਰ ਜਿਹੜੀ ਹੈ ਨਾ, ਉਹ ਆਪਣੇ ਕੰਮ ਦੱਸ ਰਹੀ ਹੈ। ਹੁਣ ਮੈਂ ਘਰੋਂ ਰੋਟੀ ਖਾ ਕੇ ਆਇਆ, ਮੈਨੂੰ ਤੁਸੀਂ ਜ਼ਬਰਦਸਤੀ ਕਹੋ ਕਿ ਨਹੀਂ ਇਹ ਵੀ ਖਾ, ਮੈਂ ਕਹਿੰਦਾ ਮੈਂ ਰੱਜਿਆ ਹੋਇਆ, ਮੈਂ ਖਾਣੀ ਨਹੀਂ, ਮੇਰਾ ਪੇਟ ਭਰਿਆ ਹੋਇਆ, ਮੈਂ ਖਾਣੀ ਨਹੀਂ। ਸਰਕਾਰ ਕੀ ਕਰਦੀ ਹੈ, ਜ਼ਬਰਦਸਤੀ ਇਹਨਾਂ ਉੱਪਰ ਥੋਪ ਰਹੀ ਹੈ। ਕਿਸਾਨ ਇਸ ਵਿੱਚ ਖੁਸ਼ ਨਹੀਂ ਹੈ। ਜੇ 5 ਲੱਖ 10 ਲੱਖ ਕਰੋੜ 2 ਕਰੋੜ ਕਿਸਾਨ ਅਗਰ ਖੁਸ਼ ਨਹੀਂ ਹੈ ਤੇ ਸਰਕਾਰ ਆਪਣੇ ਜਿਹੜੀਆਂ ਇਹ ਫੈਸਲੇ ਜ਼ਬਰਦਸਤੀ ਕਿਸਾਨਾਂ ਤੇ ਥੋਪਿਆ ਕਰਦੀ ਹੈ, ਜਿਸ ਚੀਜ਼ ਨੂੰ ਕਿਸਾਨ ਲੈਣ ਵਾਸਤੇ ਖੁਸ਼ ਹੀ ਨਹੀਂ ਹੈ। ਉਹ ਕਹਿੰਦਾ ਅਸੀਂ ਆਪਣੀ ਕਾਰ ਕਮਾਈ ਕਰਕੇ ਜਿੱਦਾਂ ਸਾਡਾ ਚੱਲ ਰਿਹਾ ਅਸੀਂ ਉਸ ਤਰ੍ਹਾਂ ਚਲਾਵਾਂਗੇ, ਅਸੀਂ ਸਾਡੀਆਂ ਆਪਣੀਆਂ ਮੰਡੀਆਂ, ਅਸੀਂ ਆਪਣੀ ਕੀਮਤ ਤੈਅ ਕਰਾਂਗੇ। ਤੁਸੀਂ ਜੋ ਸਾਨੂੰ ਦੇ ਰਹੇ ਹੋ ਉਹ ਸਾਨੂੰ ਪਸੰਦ ਨਹੀਂ ਹੈ, ਉਹਦੇ 'ਚ ਸਾਡਾ ਨੁਕਸਾਨ ਹੈ। ਕਿਉਂਕਿ ਕਿਸਾਨ ਵੀ ਜਿਹੜਾ ਹੁਣ ਮਿਹਨਤ ਦੀ ਕਰ ਰਿਹਾ ਤੇ ਉਹ ਪ੍ਰਮਾਤਮਾ ਵੀ ਜਿਹੜਾ ਉਸ ਨੂੰ ਹੁਣ ਸੋਝੀ ਦੇ ਰਿਹਾ ਕਿ ਹੁਣ ਤੂੰ ਦੂਰ ਦੀ ਸੋਚ। ਬੜੀ ਮੁਸ਼ਕਿਲ ਨਾਲ ਇਹ ਦੇਸ਼ ਜਿਹੜਾ ਆਜ਼ਾਦ ਕਰਾਇਆ 47 'ਚ, ਕਿੰਨਾ ਕਤਲੇਆਮ ਹੋਇਆ ਇਸ ਭਾਰਤ ਦੇਸ਼ ਵਿੱਚ। ਉਸ ਲਹਿੰਦੇ ਪੰਜਾਬ ਵੱਲ ਵੀ ਹੋਇਆ ਤੇ ਚੜ੍ਹਦੇ ਪੰਜਾਬ ਵੱਲ ਵੀ ਹੋਇਆ। ਤੇ ਹੁਣ ਇਹ ਜ਼ਮੀਨਾਂ ਤੁਹਾਡੇ ਕੋਲ, ਤੁਸੀਂ ਮਾਲਕ ਹੋ, ਫਿਰ ਮਾਲਕ ਜਿਹੜਾ ਜ਼ਮੀਨ ਦਾ, ਇਹ ਸਰਕਾਰ ਵਾਪਸ ਉਸ ਨੂੰ ਉਸੇ ਆਪਣੀ ਮਲਕੀ ਜ਼ਮੀਨ ਦਾ ਫਿਰ ਨੌਕਰ ਬਣਾ ਕੇ ਰੱਖਣਾ ਚਾਹੁੰਦੀ ਹੈ। ਸਰ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਕਿ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਆਉਣ ਵਾਲੇ ਟਾਈਮ ਵਿੱਚ। ਤੁਹਾਨੂੰ ਪ੍ਰਧਾਨ ਮੰਤਰੀ 'ਤੇ ਯਕੀਨ ਕਿਉਂ ਨਹੀਂ ਹੈਗਾ? ਸਰ, ਤੁਸੀਂ ਪੂਰੇ ਦੁਨੀਆ ਵਿੱਚ ਦੇਖ ਲਓ, ਮੈਂ ਜਿੱਥੇ ਤੱਕ ਮੈਂ ਦੇਖ ਰਿਹਾ
ਕਿ ਮੈਂ ਇਹ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਖਿਆ ਕਿ ਜਿਸ ਦੀ ਪੂਰੀ ਦੁਨੀਆ ਵਿੱਚ ਖਿਲਾਫਤ ਹੋ ਰਹੀ ਹੈ। ਇਵਨ ਕਿ ਹੋਰ ਵੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਇੰਨੀ ਖਿਲਾਫਤ ਸੋਸ਼ਲ ਮੀਡੀਆ 'ਤੇ, ਇਸ ਦਾ ਕਾਰਨ ਕੀ ਹੈ? ਜਾਂ ਤਾਂ ਤੁਸੀਂ ਪ੍ਰੋਪਰ ਝੂਠ ਬੋਲ ਰਹੇ ਹੋ, ਜਾਂ ਤੁਸੀਂ ਹਾਲੇ ਪੂਰੀ ਤਰ੍ਹਾਂ ਆਜ਼ਾਦ ਨਹੀਂ। ਤੁਸੀਂ ਅਡਾਨੀ ਅੰਬਾਨੀ ਦੇ ਜਿਹੜੇ ਤੁਸੀਂ ਚਲਾਏ ਹੋਏ ਤੁਸੀਂ ਉਹ ਕਾਰਤੂਸ ਹੋ। ਜੇ ਤੁਹਾਡੇ ਕੋਲੋਂ ਸਰਕਾਰ ਚੱਲਦੀ ਨਹੀਂ, ਜੇ ਜਿਹੜੀ ਚੀਜ਼ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਉਹ ਲੋਕੀ ਖੁਸ਼ ਹੀ ਨਹੀਂ ਹੈ। ਉਹ ਰਾਜੇ ਦਾ ਫਰਜ਼ ਕੀ ਹੁੰਦਾ ਕਿ ਰਾਜੇ ਦੇ ਰਾਜ ਵਿੱਚ ਇੱਕ ਵੀ ਪ੍ਰਜਾ ਦਾ ਬੰਦਾ ਜਿਹੜਾ ਉਹ ਦੁਖੀ ਨਾ ਹੋਵੇ, ਉਹ ਭੁੱਖਾ ਨਾ ਸੋਵੇ, ਉਹ ਖੁਸ਼ ਰਹੇ, ਕਾਇਨਾਤ ਖੁਸ਼ ਰਹਿੰਦੀ ਉਹਦੇ ਨਾਲ। ਜੇ ਰਾਜਾ ਹੀ ਪ੍ਰਜਾ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦੇ ਜਾਂ ਪ੍ਰਜਾ ਨੂੰ ਤੰਗ ਕਰਨਾ ਸ਼ੁਰੂ ਹੋ ਜਾਏ ਤਾਂ ਸਮਝ ਲਓ ਕਿ ਉਹ ਜਿਹੜਾ ਰਾਜੇ ਦਾ ਸਿੰਘਾਸਨ ਆ ਉਹ ਹਮੇਸ਼ਾ ਅੱਜ ਨਹੀਂ ਤਾਂ ਕੱਲ੍ਹ ਤੱਕ ਡਾਵਾਂਡੋਲ ਹੋ ਜਾਏਗਾ। ਜਿਹਨੂੰ ਕਹਿੰਦੇ ਨੇ ਮਿਨੀਮਮ ਸਪੋਰਟ ਪ੍ਰਾਈਸ, ਕਿਆ ਜਿਹਨੂੰ MSP ਵੀ ਕਹਿੰਦੇ ਨੇ, ਕਿਆ ਇਹ ਕਿਸਾਨਾਂ ਨੂੰ ਮਿਲੇਗਾ? ਉਹੀ ਤੇ ਕਿਸਾਨ ਕਹਿ ਰਹੇ ਨਾ ਕਿ ਇਹ ਹਾਥੀ ਕੇ ਦਾੰਤ ਦਿਖਾਣੇ ਕੇ ਔਰ ਖਾਣੇ ਕੇ ਔਰ। ਬਸ ਇਹੀ ਮੈਂ ਤੁਹਾਨੂੰ ਪਹਿਲੀ ਐਗਜ਼ਾਮਪਲ ਇਹਦੀ ਦਿੱਤੀ ਸੀ ਕਿ ਜਿੱਦਾਂ ਜੀਓ ਸਿਮ ਨੂੰ ਉਹਨਾਂ ਨੂੰ ਫ੍ਰੀ ਕੀਤਾ, ਸਾਲ ਬਾਅਦ ਇਹਨਾਂ ਨੇ ਮੰਥਲੀ ਚਾਰਜਸ ਡਬਲ ਤੋਂ ਟ੍ਰਿਪਲ ਚਾਰਜਸ ਲਗਾਉਣੇ ਸ਼ੁਰੂ ਕਰਤੇ। ਹੁਣ ਦੇਖੋ ਕਿਸਾਨਾਂ ਨੇ ਕੀ ਕੀਤਾ, ਜੀਓ ਸਿਮ ਦਾ ਬਾਈਕਾਟ ਕੀਤਾ। ਤੁਸੀਂ ਅਮੂਮਨ ਦੇਖਿਆ ਹੋਣਾ ਮੀਡੀਆ 'ਚ, ਹੁਣ ਜੀਓ ਸਿਮ ਵਾਲੇ ਕਸਟਮਰ ਕੇਅਰ ਵਾਲੇ ਫੋਨ ਕਰਕੇ ਉਹਨਾਂ ਨੂੰ ਮਿੰਨਤਾਂ ਕਰਦੇ, ਤੁਸੀਂ ਜੀਓ ਨੂੰ ਕਿਉਂ ਪੋਰਟ ਕਰਾ ਰਹੇ ਹੋ? ਜਾਂ ਜਿਸ ਚੀਜ਼ ਨਾਲ ਤੁਸੀਂ ਨੁਕਸਾਨ ਕਰਾ ਰਹੇ ਹੋ, ਜਿਸ ਚੀਜ਼ ਦੀ ਤੁਸੀਂ ਹਵਾ ਬਣਾ ਕੇ ਜੀਓ ਨੂੰ ਪ੍ਰਮੋਟ ਕਰ ਰਹੇ ਹੋ ਅਡਾਨੀ ਅੰਬਾਨੀ ਦੇ, ਜੇ ਕਿਸਾਨਾਂ ਦਾ ਤੁਸੀਂ ਜਿਹੜੀ ਇਹ ਜ਼ਮੀਨ ਹਥਿਆਣਾ ਕੋਸ਼ਿਸ਼ ਕਰ ਰਹੇ ਹੋ ਤੇ ਕਿਸਾਨ ਤੁਹਾਡੇ 'ਤੇ ਕਿਸ ਤਰ੍ਹਾਂ ਭਰੋਸਾ ਕਰੇਗਾ? ਕਿਆ ਜੰਮੂ ਵਿੱਚ ਕਿਸਾਨਾਂ ਦਾ ਕਿਸੇ ਨੇ ਸਾਥ ਦਿੱਤਾ, ਜਿਹੜੀ ਪੋਲੀਟੀਕਲ ਪਾਰਟੀਆਂ ਨੇ? ਨਹੀਂ, ਬਿਲਕੁਲ ਕੋਈ ਪੋਲੀਟਿਕਸ ਪਾਰਟੀ ਨੇ ਜੰਮੂ ਵਿੱਚ ਕਿਸਾਨਾਂ ਦਾ ਕੋਈ ਸਾਥ ਨਹੀਂ ਦਿੱਤਾ। ਬਸ ਇਹ ਅਸੀਂ ਤਿਲ ਫੁਲ ਕਰਕੇ ਜਿਹੜੇ ਆਪਣੇ ਨੌਜਵਾਨਾਂ ਨੇ ਮਿਲ ਕੇ ਉੱਥੇ ਤੱਕ ਪਹੁੰਚੇ। ਹੁਣ ਕਾਫੀ ਅੱਡ ਹੋ ਕੇ ਸਾਰੇ ਜਾ ਰਹੇ ਨੇ, ਪਰ ਮੈਂ ਜੰਮੂ ਦੇ ਕਿਸਾਨਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ, ਯਾਰ ਤੁਸੀਂ ਵੀ ਇਹ ਅੰਨਦਾਤੇ ਹੋ ਇਸ ਦੇਸ਼ ਦੇ, ਤੁਹਾਨੂੰ ਵੀ ਪਰਮਾਤਮਾ ਨੇ ਇਹ ਕਾਰਜਗੁਜ਼ਾਰੀ ਬਖਸ਼ੀ ਦੀ ਆ। ਤੁਸੀਂ ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਕਮਾਈ ਕਰਕੇ, ਜਿਹੜਾ ਬੰਦਾ ਹਮੇਸ਼ਾ ਮਿਹਨਤ ਦੀ ਖਾਂਦਾ ਉਹ ਕਹਿੰਦੇ ਆ ਕਿ ਉਹ ਹਮੇਸ਼ਾ ਰਾਤ ਨੂੰ ਆਰਾਮ ਨਾਲ ਸਕੂਨ ਨਾਲ ਸੌਂਦਾ, ਬੇਫਿਕਰੀ ਹੋ ਕੇ ਸੌਂਦਾ। ਅਤੇ ਜਿਹੜੀ ਹਰਾਮ ਦੀ ਖਾਂਦਾ ਉਹ ਹਮੇਸ਼ਾ ਟੈਬਲੇਟ ਦਾ ਦਵਾਈਆਂ ਦਾ ਸਹਾਰਾ ਲੈ ਕੇ ਉਹ ਰਾਤ ਨੂੰ ਗੁਜ਼ਾਰਦਾ। ਇਸ ਕਰਕੇ ਜੰਮੂ ਦੇ ਕਿਸਾਨਾਂ ਨੂੰ ਮੇਰੀ ਹੱਥ ਜੋੜ ਕੇ ਬਿਨੰਬਰ ਬੇਨਤੀ ਹੈ ਕਿ ਯਾਰ ਆਓ, ਅੱਜ ਪੰਜਾਬ ਤੇ ਬਹੁਤ ਵੱਡਾ ਇੱਕ ਸਟੇਟ ਹੈਗੀ ਹੈ ਅਤੇ ਜੰਮੂ ਹੈ ਕਿੰਨਾ ਕੁ ਹੈ, ਅਤੇ ਅੱਜ ਤੁਸੀਂ ਪੰਜਾਬ ਦੇ ਨਾਲ ਰਾਜਸਥਾਨ, ਹਰਿਆਣਾ, ਹਰ ਇੱਕ ਇਸ ਦੇਸ਼ ਦਾ, ਭਾਰਤ ਦੇਸ਼ ਦਾ ਜਿਹੜਾ ਕਿਸਾਨ ਹੈ ਉਹ ਰੋਡਾਂ 'ਤੇ ਆਇਆ। ਤੁਸੀਂ ਵੀ ਨਿਕਲੋ, ਆਪਣੀ ਹੱਕਾਂ ਦੀ ਆਵਾਜ਼ ਆਪ ਉਠਾਓ। ਜੇ ਇਹ ਅੱਗ ਪੰਜਾਬ ਵੱਲ ਚੱਲ ਕੇ ਆ ਗਈ, ਪੰਜਾਬ ਨੇ ਤਾਂ ਫਿਰ ਜਰ ਲੈਣੀ, ਪਰ ਜੰਮੂ ਵਾਲਿਆਂ ਕੋਲ ਜਰਨੀ ਵੀ ਨਹੀਂ ਹੈ। ਸਰ ਇੱਕ ਕੁਐਸਚਨ ਬਹੁਤ ਹਟ ਕੇ ਰਹੇਗਾ, ਇੱਕ ਸਵਾਲ ਤੁਹਾਨੂੰ ਮੈਂ ਪੁੱਛਾਂਗਾ, ਤੁਸੀਂ ਪਬਲਿਕ ਸਰਵਿਸ ਕਮਿਸ਼ਨ ਨਾਲ ਨਾਰਾਜ਼ ਕਿਉਂ ਹੋ? ਹਾਂ ਦੇਖੋ, ਪਬਲਿਕ ਸਰਵਿਸ ਕਮਿਸ਼ਨ 'ਤੇ ਹਮੇਸ਼ਾ ਸਾਡਾ ਇੱਕ ਸਿੱਖ ਨੁਮਾਇੰਦਾ ਰਿਹਾ। ਜਿਸ ਦੇਸ਼ ਪਿੱਛੇ ਇਨ੍ਹਾਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਆਪਣੇ ਘਰ-ਬਾਰ ਤੱਕ ਉਜਾੜੇ, ਅੱਜ ਵੀ ਤੁਸੀਂ ਦੇਖ ਲਓ ਇਹ ਸਿੱਖ ਜਿਹੜਾ ਹੈ ਖਾਸ ਕਰਕੇ ਪੰਜਾਬ ਦਾ ਬਾਰਡਰਾਂ 'ਤੇ ਬੈਠਾ ਹੈ। ਜੰਮੂ ਨਾਲ ਹਮੇਸ਼ਾ ਮਤਰੇਈ ਮਾਂ ਦਾ ਸਲੂਕ ਕੀਤਾ ਜਾ ਰਿਹਾ, ਜੰਮੂ ਨਾਲ, ਜੰਮੂ ਵਿੱਚ ਵਸਦੇ ਸਿੱਖਾਂ ਨਾਲ। ਪਬਲਿਕ ਸਰਵਿਸ ਕਮਿਸ਼ਨ ਵਿੱਚ ਹਮੇਸ਼ਾ ਇੱਕ ਸਿੱਖ ਨੁਮਾਇੰਦਾ ਸਾਡਾ ਰਹਿੰਦਾ ਸੀ, ਉਹਦੇ 'ਚੋਂ ਵੀ ਹਟਾ ਕੇ ਇਹਨਾਂ ਨੇ ਪਰੇ ਕਰਤਾ। ਫਿਰ ਆ ਗਈ ਪੰਜਾਬੀ ਮਾਂ ਬੋਲੀ। ਤੁਸੀਂ ਹੁਣ ਦੇਖਿਓ ਨਾ ਲੇਟੈਸਟ ਪੰਜਾਬੀ ਮਾਂ ਬੋਲੀ ਕਰ ਕਿੰਨਾ ਜੱਦੋ ਜਹਿਦ ਕੀਤੀ। ਈਵਨ ਕਿ ਇੱਥੇ ਜੰਮੂ ਵਿੱਚ ਵਸ ਰਹੇ ਡੋਗਰੇ, ਗੁੱਜਰ ਲੋਕ ਸਾਰੇ ਮੈਕਸੀਮਮ ਪੰਜਾਬੀ ਬੋਲਦੇ ਹਨ। ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਿਨ੍ਹਾਂ ਸਰਕਾਰਾਂ ਨੂੰ ਸਾਡੇ ਲੋਕਾਂ ਨੇ ਜਿਤਾ ਕੇ ਅੱਗੇ ਭੇਜਿਆ, ਅੱਜ ਉਹਨਾਂ ਨੇ ਹੀ ਸਾਡੀ ਪਿੱਠਾਂ 'ਤੇ ਵਾਪਸ ਖੰਜਰ ਮਾਰਨੇ ਸ਼ੁਰੂ ਕਰਤੇ। ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ, ਆਪਣੇ ਸਿੱਖ ਨੁਮਾਇੰਦਿਆਂ ਨੂੰ ਜਿਹੜੇ ਵੱਡੇ ਵੱਡੇ ਚੌਧਰਾਂ ਹਾਸਲ ਕਰਨਾ ਚਾਹੁੰਦੇ ਹਨ, ਕਿ ਜੇ ਅੱਜ ਤੁਸੀਂ ਨਾ ਬੋਲੇ ਨਾ ਸਰਕਾਰਾਂ ਦੇ ਕਰਕੇ, ਜੇ ਦੇਖੋ ਕੋਈ ਵੀ ਸਰਕਾਰ ਹੋਵੇ, ਮੈਂ ਨਹੀਂ ਕਹਿੰਦਾ ਕਿ BJP ਆ, ਕਾਂਗਰਸ, ਕੋਈ ਵੀ ਸਰਕਾਰ ਜਦੋਂ ਆਪਣੀ ਕੁਰਸੀ ਦਾ ਦੁਰਉਪਯੋਗ ਕਰੇ, ਜਦੋਂ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰੇ, ਤੇ ਫਿਰ ਤੁਹਾਡੀ ਅਣਖ ਤਾਂ ਤੁਹਾਡੀ ਜ਼ਮੀਰ ਜਾਗਣੀ ਚਾਹੀਦੀ ਹੈ। ਤਾਂ ਉਹ ਮੈਂ ਆਪਣੇ ਸਿੱਖ ਨੁਮਾਇੰਦਿਆਂ ਨੂੰ ਬੇਨਤੀ ਕਰਦਾ, ਯਾਰ ਜਾਗੋ, ਉਮਰਾਂ ਤੁਸੀਂ ਬਹੁਤ ਬਿਤਾ ਛੱਡੀਆਂ ਇਸ ਰੋਲੇ ਗੋਲੇ ਵਿੱਚ, ਹੁਣ ਜਾਗੋ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਸੰਭਾਲ ਲਓ। ਅਤੇ ਅਗਰ ਆਉਣ ਵਾਲੀ ਜਨਰੇਸ਼ਨ ਕੋਲੋਂ ਤੁਸੀਂ ਹਮੇਸ਼ਾ ਸਲਾਮ ਚਾਹੁੰਦੇ ਹੋ ਅਤੇ ਆਪਣੀ ਪੰਜਾਬੀ ਮਾਂ ਬੋਲੀ ਲਈ ਇਹਨਾਂ ਸਰਕਾਰਾਂ ਨੂੰ ਨਕੇਲ ਪਾਓ, ਨਾ ਕਿ ਇਹਨਾਂ ਦੀ ਝੋਲੀ ਵਿੱਚ ਬੈਠ ਕੇ ਆਪਣੇ ਜ਼ਮੀਰ ਨੂੰ ਵੇਚੋ ਅਤੇ ਆਪਣੇ ਪਰਿਵਾਰ ਨੂੰ ਵੀ ਕਲੰਕ ਲਵਾਓ। ਸਰ ਜਿੰਨੇ ਵੀ ਲੋਕੀ ਤੁਹਾਨੂੰ ਸੁਣੇ ਕਰਦੇ ਨੇ, ਉਹਨਾਂ ਸਾਰਿਆਂ ਵਾਸਤੇ ਤੁਹਾਡਾ ਕੀ ਸੰਦੇਸ਼ ਰਹੇਗਾ? ਹਾਂ, ਜਿੰਨੇ ਮੈਂ ਸਾਰੇ ਵੀਰਸ ਨੂੰ ਇਹੀ ਰਿਕੁਐਸਟ ਕਰਦਾ, ਆਪਣੇ ਜੇ ਹਿੰਦੂ ਵੀਰ ਹਨ ਉਹਨਾਂ ਨੂੰ ਵੀ, ਮੁਸਲਿਮ ਵੀਰ, ਕੋਈ ਵੀ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ, ਸਾਰਿਆਂ ਨੂੰ ਇਹ ਕਰਨਾ, ਤੁਸੀਂ ਆਪਣੇ ਫੈਮਿਲੀ ਵਿੱਚ
ਆਪਣੇ ਸਮਾਜ ਦਾ ਭਲਾ ਚਾਹੋ, ਕਿਉਂਕਿ ਸਿੱਖ ਵਾਸਤੇ ਐਸੇ ਸਿੱਖ ਮੈਂ ਇਹ ਕਹਿ ਸਕਦਾ ਕਿ ਸਾਨੂੰ ਗੁਰੂ ਸਾਹਿਬ ਦੀ ਇਹ ਹਦਾਇਤ ਹੈ ਕਿ ਹਮੇਸ਼ਾ ਸਰਬਤ ਦਾ ਭਲਾ ਮੰਗਣਾ। ਸਰਬਤ ਦੇ ਭਲੇ ਵਿੱਚ ਪੂਰੀ ਕਾਇਨਾਤ ਆਉਂਦੀ ਹੈ, ਉਸ ਦੇ ਵਿੱਚ ਹਿੰਦੂ ਵੀਰ ਵੀ ਆਉਂਦੇ ਹਨ, ਮੁਸਲਿਮ ਵਿੱਚ, ਕਿ ਈਵਨ ਕਿ ਹਿੰਦੁਸਤਾਨ ਇਸ ਦੇਸ਼ ਦੀ ਵਿਦੇਸ਼ਾਂ ਵਿੱਚ ਪੂਰੀ ਇਸ ਕਾਇਨਾਤ ਦੀ ਧਰਤੀ ਵਿੱਚ ਜਿਹੜੇ ਵੀ ਜੀਵ ਜੰਤੂ ਹਨ ਉਸ ਦੀ ਹਮੇਸ਼ਾ ਅਸੀਂ ਸਰਬਤ ਦੇ ਭਲੇ ਦੀ ਅਰਦਾਸ ਕਰਦਾ। ਮੈਂ ਸਾਰੇ ਸੁਣਨ ਵਾਲੇ ਵੀਰਸ ਨੂੰ ਬੇਨਤੀ ਕਰਦਾ ਯਾਰ, ਆਪਸੀ ਭਾਈਚਾਰਾ ਆਪਾਂ ਕਾਇਮ ਰੱਖੀਏ ਤਾਂ ਕਿ ਸਾਨੂੰ ਜਿਹੜੀਆਂ ਵਿਦੇਸ਼ਾਂ ਦੀਆਂ ਤਾਕਤਾਂ ਜਿੱਦਾਂ ਚਾਈਨਾ ਹੋ ਗਈ ਹੈ, ਪਾਕਿਸਤਾਨ ਹੋ ਗਿਆ, ਹੋਰ ਕੰਟਰੀਆਂ, ਉਹ ਸਾਨੂੰ ਇਸ ਪਾਸੇ ਸਾਨੂੰ ਬਾਰਡਰਾਂ ਵੱਲ ਘੂਰ ਕੇ ਨਾ ਦੇਖਣ, ਕਿਉਂਕਿ ਬਾਰਡਰਾਂ 'ਤੇ ਵੀ ਸਾਡੇ ਫੌਜੀ ਵੀਰ ਬੈਠੇ ਹਨ, ਉਹਨਾਂ ਦੇ ਮਾਂ-ਬਾਪ ਪੇਰੈਂਟਸ ਸਾਰੇ ਕਿਸਾਨ ਜਿਹੜੇ ਬਾਰਡਰਾਂ 'ਤੇ, ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਹਨ ਤੇ ਜਿਹੜੀ ਸਰਹੱਦ ਦੇ ਬਾਰਡਰਾਂ 'ਤੇ ਉਹਨਾਂ ਦੇ ਬੱਚੇ ਬੈਠੇ ਨੇ। ਇਸ ਕਰਕੇ ਅਗਰ ਇਹ ਭਾਰਤ ਦੇਸ਼ ਖੁਸ਼ਹਾਲ ਹੈ ਤਾਂ ਮੈਂ ਉਹਨਾਂ ਨੂੰ ਸੈਲੂਟ ਕਰਦਾ, ਉਹਨਾਂ ਆਰਮੀ ਵਾਲਿਆਂ ਨੂੰ, ਉਹਨਾਂ ਬੈਲਟ ਫੋਰਸ ਵਾਲਿਆਂ ਨੂੰ, ਡਿਫੈਂਸ, ਜਿੰਨੇ ਵੀ ਇਹ ਸਾਰੇ ਮੇਰੇ ਵੀਰ ਇਸ ਦੇਸ਼ ਨੂੰ ਸੰਭਾਲ ਕੇ ਰੱਖਦੇ ਨੇ। ਤੇ ਮੈਂ ਚਾਹੁੰਦਾ ਕਿ ਜਿਹੜਾ ਰਾਜਾ ਇਸ ਹਾਕਮ ਇਸ ਕੁਰਸੀ ਤੇ ਬੈਠਾ ਹੈ ਉਹ ਵੀ ਆਪਣੀ ਇਸ ਕੁਰਸੀ ਦੀ ਜ਼ਿੰਮੇਵਾਰੀ ਸਮਝੇ, ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਆਪਣੇ ਆਵਾਮ ਦਾ ਭਲਾ ਕਰੇ। ਜੇ ਆਵਾਮ ਹੀ ਸੁਖੀ ਨਹੀਂ ਤੇ ਮੈਨੂੰ ਇਹ ਲੱਗਦਾ ਕਿ ਫਿਰ ਤੁਸੀਂ ਕੁਰਸੀ ਤੇ ਬੈਠਣ ਦੇ ਕਾਬਿਲ ਵੀ ਨਹੀਂ। ਸਰ, JKUT ਨਿਊਜ਼ ਤੇ ਆਉਣ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ ਸਰ, ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਥਰੂ ਇਹ ਆਵਾਜ਼ ਜਾਵੇ ਤੇ ਹਰ ਇੱਕ ਬੰਦਾ, ਮੈਂ ਇਹ ਸਮਝਦਾ ਕਿ ਯਾਰ ਆਪਣੇ ਕਾਫਲੇ ਵਿੱਚ ਸ਼ਾਮਲ ਹੋ ਕੇ ਜਿੱਥੇ ਵੀ ਜ਼ੁਲਮ ਹੋਵੇ, ਚਾਹੇ ਕਿਸੇ ਵੀ ਧਰਮ ਨਾਲ ਹੋਵੇ, ਕਿਸੇ ਵੀ ਫੈਮਿਲੀ ਨਾਲ ਹੋਵੇ, ਚਾਹੇ ਕਿਸੇ ਵੀ ਉਹ ਚੀਜ਼ ਨਾਲ ਬਿਲੋਂਗ ਕਰਦਾ ਹੋਵੇ, ਉਹਦੇ ਹੱਕ ਵਿੱਚ ਖੜੇ ਹੋਵੋ। ਚਾਹੇ ਉਹ ਮੇਰਾ ਹਿੰਦੂ ਵੀਰ ਹੋਵੇ, ਚਾਹੇ ਮੁਸਲਿਮ ਵੀਰ ਹੋਵੇ, ਚਾਹੇ ਸਿੱਖ ਈਸਾਈ ਕੋਈ ਹੋਵੇ, ਜਿੱਥੇ ਜਿਹਦੇ ਨਾਲ ਧੱਕਾ ਹੋਵੇ ਅਸੀਂ ਇਕਜੁੱਟੀ ਬਣ ਕੇ ਉਹਦੇ ਨਾਲ ਖੜੇ ਹੋਈਏ ਤਾਂ ਕਿ ਆਪਣੀ ਇਸ ਕਾਇਨਾਤ ਨੂੰ ਅਸੀਂ ਬਰਕਰਾਰ ਰੱਖ ਸਕੀਏ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਥੈਂਕ ਯੂ।